सो गुड मॉर्निंग स्टूडेंट्स। सो बेटा हम अपने को नैक्सट है बैरोमीट्रिक फोरकास्टिंग। बैरोमीट्रिक फोरकास्टिंग ਦੇ ਵਿੱਚ ਅਸੀਂ ਲੀਡਿੰਗ ਇੰਡੀਕੇਟਰਸ ਤੇ ਕੰਪੋਜ਼ਿਟ ਐਂਡ ਡਿਫਿਊਜ਼ਨ ਇੰਡੈਕਸਿਸ ਦੀ ਗੱਲ ਕਰਾਂਗੇ। ਲੀਡਿੰਗ ਇੰਡੀਕੇਟਰਸ, ਲੀਡਿੰਗ ਆਪਾਂ ਨੂੰ ਸ਼ਬਦ ਵੈਸੇ ਹੀ ਪਤਾ ਲੱਗ ਰਿਹਾ ਕਿ ਜਿਹੜੀ ਚੀਜ਼ ਲੀਡ ਕਰ ਰਹੀ ਹੈ, ਜਿਹੜੀ ਔਨ ਦ ਫਰੰਟ ਹੈ, ਰਾਈਟ। ਸੋ ਜੇ ਦੋ ਸੀਰੀਜ਼ ਇਫ ਟੂ ਸੀਰੀਜ਼ ਆਫ ਡਾਟਾ ਫ੍ਰੀਕੁਐਂਟਲੀ ਇਨਕਰੀਜ਼ ਔਰ ਡਿਕਰੀਜ਼ ਐਟ ਦ ਸੇਮ ਟਾਈਮ, ਸੀਰੀਜ਼ ਮੇ ਬੀ ਰਿਗਾਰਡਡ ਐਜ਼ ਅ ਕੋਇਨਸੀਡੈਂਟ ਇੰਡੀਕੇਟਰ ਆਫ ਦੀ ਡਾਟਾ। ਦੇ ਜੇ ਕਿਸੇ ਡਾਟਾ ਦੀਆਂ ਦੋ ਸੀਰੀਜ਼ ਫ੍ਰੀਕੁਐਂਟਲੀ ਇਨਕਰੀਜ਼ ਜਾਂ ਡਿਕਰੀਜ਼ ਸੇਮ ਟਾਈਮ ਦੇ ਉੱਤੇ ਕਰਦੀਆਂ ਨੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਛ ਨਾ ਕੁਛ ਰਿਲੇਸ਼ਨ ਹੈ ਜਿਹੜਾ ਉਹ ਚੱਲ ਰਿਹਾ ਹੈ, ਠੀਕ ਹੈ। ਇੱਥੇ ਉਹਨੇ ਤੁਹਾਡੇ ਕੋਲ ਜਿਵੇਂ ਹੁਣ ਨੈਕਸਟ ਦੇ ਵਿੱਚ ਤੁਹਾਨੂੰ ਕੋਲ ਨਾ ਦੋ ਡਾਇਗਰਾਮਸ ਬਣਾਈਆਂ ਹੋਈਆਂ ਨੇ ਬੇਟਾ। ਉਹਨਾਂ ਦਾ ਡਾਇਗਰਾਮਸ ਦੇ ਵਿੱਚ ਕਿਉਂ ਕਹਿੰਦਾ ਕਿ ਜਿਹੜੀ ਪਹਿਲੀ ਫਿਗਰ ਹੈਗੀ ਹੈ, ਠੀਕ ਹੈ, ਉਹਦੇ ਵਿੱਚ ਕੋਇਨਸੀਡੈਂਟ ਇੰਡੀਕੇਟਰ ਹੈ ਜਿਹੜਾ ਸ਼ੋਅ ਕੀਤਾ ਹੋਇਆ ਹੈ। ਸੀਰੀਜ਼ 2 ਬਿਕੇਮ ਦ ਟੂ ਸੀਰੀਜ਼ ਹੈਵ ਦੇਅਰ ਪੀਕਸ ਐਂਡ ਟਰਫਸ ਇਨ ਦ ਸੇਮ ਪੀਰੀਅਡ। ਤਾਂ ਹੁਣ ਜੇ ਅਸੀਂ ਦੇਖੀਏ ਕਿ ਦੋ ਸਾਡੇ ਕੋਲ ਡਾਇਗਰਾਮਸ ਬਣੀਆਂ ਹੋਈਆਂ ਨੇ। ਪਹਿਲੀ ਡਾਇਗਰਾਮ ਦੇ ਵਿੱਚ ਦੇਖੋ ਇੱਕ ਡਾਟਡ ਲਾਈਨ ਸ਼ੋਅ ਕੀਤੀ ਹੋਈ ਹੈ, ਦੂਜੀ ਹੈ ਸਿੰਪਲ ਲਾਈਨ ਸ਼ੋਅ ਕੀਤੀ ਹੈ। ਦੇਖੋ ਜੇ ਅਸੀਂ ਦੇਖੀਏ ਤਾਂ ਦੋਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਪੀਕ ਜਾਂ ਟਰਫ ਨੇ ਉਹ ਸੇਮ ਟਾਈਮ ਦੇ ਉੱਤੇ ਆ ਰਹੇ ਨੇ, ਸੇਮ ਟਾਈਮ 'ਤੇ ਉੱਪਰ ਜਾ ਰਹੀਆਂ, ਸੇਮ ਟਾਈਮ 'ਤੇ ਉਹ ਥੱਲੇ ਜਾ ਰਹੀਆਂ ਨੇ। ਇਹਦਾ ਮਤਲਬ ਸਾਨੂੰ ਕੀ ਪਤਾ ਲੱਗਾ ਕਿ ਕੋਇਨਸੀਡੈਂਟਲੀ ਜਿਹੜੇ ਉਹਨਾਂ ਦੇ ਹਾਇਰ ਜਾਂ ਲੋਅਰ ਪੁਆਇੰਟਸ ਨੇ ਉਹ ਸੇਮ ਟਾਈਮ ਦੇ ਉੱਤੇ ਆ ਰਹੇ ਨੇ। ਇਫ ਚੇਂਜਿਸ ਇਨ ਵਨ ਸੀਰੀਜ਼ ਕੋਐਗਜ਼ਿਸਟ ਐਂਡ ਅਕਰ ਪ੍ਰਾਇਰ ਟੂ ਚੇਂਜਿਸ ਇਨ ਅਨਦਰ ਸੀਰੀਜ਼, ਤਾਂ ਇੱਕ ਲੀਡਿੰਗ ਇੰਡੀਕੇਟਰ ਹੈ ਉੱਥੇ ਆਈਡੈਂਟੀਫਾਈ ਹੋ ਜਾਂਦਾ ਹੈ। ਤਾਂ ਫਿਗਰ ਬੀ ਦੇ ਵਿੱਚ ਸੀਰੀਜ਼ 1 ਕੈਨ ਬੀ ਕੰਸੀਡਰ ਲੀਡਿੰਗ ਇੰਡੀਕੇਟਰ। ਜਿਹੜੀ ਪਹਿਲੀ ਸੀਰੀਜ਼ ਹੈ ਉਹ ਅਸੀਂ ਲੀਡਿੰਗ ਇੰਡੀਕੇਟਰ ਕਹਿ ਸਕਦੇ ਕਿਉਂਕਿ ਉਹਨੇ ਪਹਿਲਾਂ ਸਟਾਰਟ ਕੀਤਾ ਹੈ, ਠੀਕ ਹੈ। ਫਿਰ ਉਹ ਥੱਲੇ ਚਲੀ ਜਾਂਦੀ ਹੈ। ਜਿਹੜੀ ਸੈਕਿੰਡ ਹੈ ਜਦੋਂ ਉਹਦਾ ਪੀਕ ਹੈ, ਦੂਜੀ ਦਾ ਟਰਫ ਆ ਰਿਹਾ ਹੈ। ਸੈਕਿੰਡ ਡਾਇਗਰਾਮ ਦੇ ਵਿੱਚ ਸਾਨੂੰ ਕੀ ਸ਼ੋਅ ਹੋ ਰਹੇ ਨੇ ਕਿ ਜਿਹੜੇ ਪੀਕਸ ਐਂਡ ਟਰਫਸ ਨੇ ਉਹ ਆਪੋਜ਼ਿਟਲੀ ਜਿਹੜੇ ਉਹ ਚੱਲ ਰਹੇ ਨੇ। ਸੋ ਇੱਥੇ ਹੁਣ ਬੈਰੋਮੀਟ੍ਰਿਕ ਪ੍ਰੈਸ਼ਰਸ ਨੇ ਉਹ ਕੀ ਸ਼ੋਅ ਕਰਦੇ ਨੇ ਸਾਨੂੰ ਕਿ ਵੈਦਰ ਕਰਕੇ ਕੋਈ ਚੇਂਜਸ ਆ ਸਕਦੀਆਂ ਨੇ ਜਾਂ ਜਨਰਲੀ ਕੋਈ ਹੋਰ ਇਕਨੋਮਿਕ ਕੰਡੀਸ਼ਨ ਕਰਕੇ ਜਿਹੜੀਆਂ ਚੇਂਜਸ ਨੇ ਉਹ ਆ ਸਕਦੀਆਂ ਨੇ, ਜਿਹਦੇ ਕਰਕੇ ਅਸੀਂ ਜਿਹੜਾ ਹੈ ਇਹਨਾਂ ਇੰਡੀਕੇਟਰਸ ਦੀ ਹੈਲਪ ਦੇ ਨਾਲ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਆਊਟਪੁੱਟ ਨੂੰ ਪ੍ਰੈਡਿਕਟ ਕਰ ਸਕਦੇ ਹਾਂ। ਤਾਂ ਦੋਨੋਂ ਡਾਇਗਰਾਮਸ ਨੂੰ ਤੁਸੀਂ ਵੈਲ ਐਕਸਪਲੇਨ ਕਰਨਾ ਹੈ ਕਿ ਫਸਟ ਡਾਇਗਰਾਮ ਦੇ ਵਿੱਚ ਸਾਡੇ ਕੋਲ ਜਿਹੜੇ ਉਹਨਾਂ ਦੇ ਅਪਸ ਐਂਡ ਡਾਊਨਸ ਨੇ ਉਹ ਸੇਮ ਪੀਰੀਅਡ ਵਿੱਚ ਆਉਂਦੇ ਨੇ, ਪਰ ਜਿਹੜੀ ਸਾਡੀ ਸੈਕਿੰਡ ਡਾਇਗਰਾਮ ਉਹਦੇ 'ਚ ਸਾਡੇ ਜਿਹੜੇ ਪੀਕ ਐਂਡ ਟਰਫਸ ਨੇ ਉਹ ਡਿਫਰੈਂਟ ਟਾਈਮ ਦੇ ਵਿੱਚ ਆਉਂਦੇ ਨੇ, ਠੀਕ ਹੈ। ਸੋ ਨੈਕਸਟ ਹੈ ਕੰਪੋਜ਼ਿਟ ਐਂਡ ਡਿਫਿਊਜ਼ਨ ਇੰਡੈਕਸਿਸ। ਵਨ ਵੇ ਟੂ ਇੰਪਰੂਵ ਬੈਰੋਮੈਟ੍ਰਿਕ ਫੋਰਕਾਸਟਿੰਗ ਇਜ਼ ਬਾਈ ਕੰਸਟਰਕਸ਼ਨ ਆਫ ਐਨ ਇੰਡੈਕਸ। ਇਹ ਜਿਹੜੇ ਇੰਡੈਕਸ ਨੇ ਉਹ ਸਿੰਗਲ ਟਾਈਮ ਸੀਰੀਜ਼ ਨੂੰ ਵੀ ਰਿਪਰੈਜ਼ੈਂਟ ਕਰ ਸਕਦੇ ਨੇ ਜਿੱਥੇ ਇੰਡੀਵਿਜੂਅਲ ਲੀਡਿੰਗ ਇੰਡੀਕੇਟਰਸ ਹੋਣਗੇ। ਇਹਦਾ ਪਰਪਸ ਕੀ ਹੋਊਗਾ, ਜਿੱਥੇ ਅਸੀਂ ਇੰਡੀਵਿਜੂਅਲ ਜਿਹੜੇ ਟਾਈਮ ਸੀਰੀਜ਼ ਲੈਂਦੇ ਹਾਂ ਤਾਂ ਕਿ ਜਿੰਨੀਆਂ ਵੀ ਕੋਈ ਵੀ ਰੈਂਡਮ ਫਲਕਚੁਏਸ਼ਨਸ ਨੇ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ, ਠੀਕ ਹੈ, ਅਸੀਂ ਇਹੋ ਜਿਹੀ ਐਕੂਰੇਟ ਫੋਰਕਾਸਟਿੰਗ ਕਰੀਏ ਜਿਹਦੇ ਨਾਲ ਸਾਨੂੰ ਜਿਹੜੇ ਰਿਜ਼ਲਟੈਂਟ ਨੇ ਉਹ ਸਹੀ ਮਿਲਣ। ਦੇਖੋ ਬੇਟਾ ਜਿਹੜੀਆਂ ਰੈਂਡਮ ਫਲਕਚੁਏਸ਼ਨ ਨੇ, ਹੁਣ ਜਿਵੇਂ ਵਾਰ ਟਾਈਮ ਦੇ ਉੱਤੇ ਕੋਈ ਵੀ ਸਰਕਾਰ ਬੈਨੀਫਿਟ ਦਿੰਦੀ ਹੈ, ਕੋਈ ਵੀ ਪ੍ਰੋਬਲਮਸ ਆਉਂਦੀਆਂ ਨੇ, ਉਹ ਕੀ ਹੁੰਦੀਆਂ ਨੇ, ਉਹ ਉਸ ਟਾਈਮ ਦੇ ਉੱਤੇ ਕੋਈ ਜਿਵੇਂ ਡਰੌਟ ਆ ਗਿਆ, ਫਲੱਡ ਆ ਗਿਆ, ਉਹਦੇ ਕਰਕੇ ਹੈ, ਅਦਰਵਾਈਜ਼ ਤਾਂ ਨਹੀਂ ਨਾ। ਦੈਟ ਇਜ਼ ਨਾਟ ਅ ਟਰੈਂਡ, ਠੀਕ ਹੈ। ਤਾਂ ਅਸੀਂ ਰੈਂਡਮ ਫਲਕਚੁਏਸ਼ਨਸ ਨੂੰ ਕੱਢ ਕੇ ਟਰੈਂਡ, ਸੀਜ਼ਨਲ ਅਤੇ ਸਾਈਕਲਿਕ ਫਲਕਚੁਏਸ਼ਨਸ ਨੂੰ ਯੂਜ਼ ਕਰਕੇ ਆਪਣਾ ਟਰੈਂਡ ਹੈ ਜਿਹੜਾ ਉਸਨੂੰ ਮੇਨਟੇਨ ਕਰਾਂਗੇ, ਰਾਈਟ। ਸੋ ਕੰਪੋਜ਼ਿਟ ਇੰਡੈਕਸਿਸ ਦੇ ਵਿੱਚ ਇੱਕ ਕੰਪੋਜ਼ਿਟ ਇੰਡੈਕਸ ਕੀ ਹੈ, ਇੱਕ ਵੇਟ ਐਵਰੇਜ ਆਫ ਇੰਡੀਵਿਜੂਅਲ ਇੰਡੀਕੇਟਰਸ। ਵੇਟਸ ਨੇ ਜਿਹੜੇ ਉਹ ਪ੍ਰੈਡਿਕਟ ਕਰਦੇ ਨੇ ਹਰੇਕ ਸੀਰੀਜ਼ ਦੇ ਟਾਈਮ ਸਮੇਂ ਨੂੰ, ਉਹਦੀ ਅਡੈਪਟੇਬਿਲਿਟੀ ਨੂੰ ਕਿ ਕਦੋਂ ਜਿਹੜੀ ਉਹ ਸੀਰੀਜ਼ ਹੈ ਬੈਟਰ ਸਾਨੂੰ ਪ੍ਰੈਡਿਕਸ਼ਨ ਹੈ ਦੇ ਸਕਦੀ ਹੈ। ਐਗਜ਼ਾਮਪਲ ਲਈ ਹੈ, ਕਹਿੰਦੇ ਮੋਸਟ ਵਾਈਡਲੀ ਐਗਜ਼ਾਮਪਲ ਹੈ ਕੰਪੋਜ਼ਿਟ ਇੰਡੈਕਸ ਦੀ ਕਿ ਜਿਹੜਾ US ਡਿਪਾਰਟਮੈਂਟ ਆਫ ਕਾਮਰਸ ਹੈ ਹਰੇਕ ਮਹੀਨੇ ਉਹ ਕੀ ਕਰਦੇ ਹੁੰਦੇ ਸੀਗੇ, ਉਹ ਆਪਣੀਆਂ ਜਿਹੜੀਆਂ ਸੇਵਿੰਗਸ ਨੇ ਉਹਦਾ ਇੰਪੈਕਟ ਦੇਖਦੇ ਦਾ ਕੀ ਇੰਪੈਕਟ ਹੁੰਦਾ ਹੈ। ਉਹ ਉਹਨਾਂ ਨੇ ਰਿਜ਼ਲਟ ਕੱਢਿਆ ਕਿ ਦੈਟ ਸੇਵਿੰਗਸ ਹੈਵ ਲਿਟਲ ਸਿਗਨੀਫਿਕੈਂਸ, ਬਟ ਜਿਹੜੀਆਂ ਸੈਵਰਲ ਮੰਥਸ ਦੇ ਵਿੱਚ ਜਦੋਂ ਉਹ ਸੇਵਿੰਗਸ ਨੇ ਜਿਹੜੀਆਂ ਉਹ ਇਕੱਠੀਆਂ ਹੋ ਜਾਂਦੀਆਂ ਨੇ ਸੈਵਰਲ ਮੰਥਸ ਬਾਅਦ, ਫਿਰ ਉੱਥੇ ਇਕਨੋਮਿਕ ਕੰਡੀਸ਼ਨ ਹੈ ਲੋਕਾਂ ਦੀ ਉਹ ਇੰਪਰੂਵ ਹੁੰਦੀ ਹੈ। ਸੋ ਕਨਵੈਨਸ਼ਨਲੀ ਸਕਸੈਸਿਵ ਡਿਕਲਾਈਨ ਇਨ ਦ ਇੰਡੈਕਸ ਸਜੈਸਟਿਡ ਦੈਟ ਇਕੋਨਮੀ ਇਜ਼ ਵੀਕਨਿੰਗ, ਅਤੇ ਸਕਸੈਸਿਵ ਇਨਕਰੀਜ਼ ਇਨ ਦ ਇੰਡੈਕਸ ਸਜੈਸਟ ਕਿ ਇਕੋਨਮੀ ਜਿਹੜੀ ਹੈ ਉਹ ਤੁਹਾਡੀ ਅੱਗੇ ਵੱਧ ਰਹੀ ਹੈ। ਸੋ ਲਾਸਟ ਇਹਦੇ ਵਿੱਚ ਮੈਥਡ ਹੈ ਆਪਣੇ ਕੋਲ ਫੋਰਕਾਸਟਿੰਗ ਦਾ ਡਿਫਿਊਜ਼ਨ ਇੰਡੈਕਸਿਸ। ਲੀਡਿੰਗ ਇੰਡੀਕੇਟਰ ਆਲਸੋ ਆਰ ਯੂਜ਼ਡ ਬਾਈ ਦ ਡਿਪਾਰਟਮੈਂਟ ਆਫ ਕਾਮਰਸ ਟੂ ਕੰਸਟਰਕਟ ਅ ਡਿਫਿਊਜ਼ਨ ਇੰਡੈਕਸ। ਇਹ ਇੰਡੈਕਸ ਹੈ ਜਿਹੜਾ ਇਟ ਇਜ਼ ਅ ਮੈਜਰ ਆਫ ਦੀ ਪ੍ਰਪੋਰਸ਼ਨ ਆਫ ਦੀ ਇੰਡੀਵਿਜੂਅਲ ਇਨਕਮਸ ਇਨਕਰੀਜ਼ਡ ਫਰੋਮ 1 ਮੰਥ ਟੂ ਦ ਨੈਕਸਟ ਮੰਥ। ਇੱਕ ਮਹੀਨੇ ਤੋਂ ਬਾਅਦ ਦੂਜੇ ਮਹੀਨੇ ਦੇ ਵਿੱਚ ਕਿੰਨੀ ਇਨਕਮ ਦੇ ਵਿੱਚ ਚੇਂਜ ਆਉਂਦੀ ਹੈ,
ਇਹਨੂੰ ਅਸੀਂ ਡਿਫਿਊਜ਼ਨ ਇੰਡੈਕਸਿਸ ਦੇ ਵਿੱਚ ਲੈ ਕੇ ਜਾਂਦੇ ਹਾਂ। ਫॉर ਐਗਜ਼ਾਮਪਲ ਜੇ ਅਸੀਂ 8 ਆਫ ਦ ਇੰਡੀਕੇਟਰਸ ਇਨਕਰੀਜ਼ਡ ਫਰੋਮ ਜੂਨ ਟੂ ਜੁਲਾਈ, ਦ ਡਿਫਿਊਜ਼ਨ ਇੰਡੈਕਸ ਫॉर ਜੁਲਾਈ ਵੁੱਡ ਬੀ 8/11 ਔਰ 72.7%। ਕਹਿੰਦੇ ਜੇ 11 ਇੰਡੈਕਸਿਸ ਦੇ ਵਿੱਚੋਂ 8 ਇੰਡੈਕਸਿਸ ਨੇ ਜਿਹੜੇ ਇਨਕਰੀਜ਼ ਸ਼ੋ ਕਰਦੇ ਨੇ, ਇਹਦਾ ਮਤਲਬ ਅਸੀਂ ਕੀ ਕਹਾਂਗੇ ਕਿ 72.7% ਦੀ ਇਨਕਰੀਜ਼ ਹੈ ਜਿਹੜੀ ਉਹ ਆ ਰਹੀ ਹੈ। ਵੈਨ ਦ ਇੰਡੈਕਸ ਇਜ਼ ਓਵਰ 50% ਫॉर ਸੈਵਰਲ ਮੰਥ, ਦ ਫੋਕਸ ਇਜ਼ ਫॉर ਇੰਪਰੂਵਡ ਇਕਨੋਮਿਕ ਕੰਡੀਸ਼ਨ। ਕਹਿੰਦਾ ਜੇ ਸਾਡੀ ਜਿਵੇਂ 72.7% ਦਾ ਜਿਹੜਾ ਆਪਣੇ ਕੋਲ ਸਾਨੂੰ ਜੰਪ ਦੇਖਣ ਨੂੰ ਮਿਲਿਆ, ਕਹਿੰਦਾ ਜਦੋਂ ਇਹ ਜੰਪ ਸਾਨੂੰ 50% ਤੋਂ ਉੱਪਰ ਦਾ ਮਿਲੇ ਤਾਂ ਅਸੀਂ ਇਹ ਮੰਨ ਲਾਂਗੇ ਕਿ ਜਿਹੜੀ ਇਕਨੋਮਿਕ ਕੰਡੀਸ਼ਨਸ ਨੇ ਉਹ ਇੰਪਰੂਵ ਹੋ ਰਹੀਆਂ ਨੇ। ਐਜ਼ ਦ ਇੰਡੈਕਸ ਅਪਰੋਚਿਸ 100% ਤਾਂ ਇੰਪਰੂਵਮੈਂਟ ਦੇ ਚਾਂਸਿਸ ਹੋਰ ਵੱਧ ਜਾਂਦੇ ਨੇ। ਜਦੋਂ ਇੰਡੈਕਸਿਸ 50% ਵੱਲ ਨੂੰ ਚਲੇ ਜਾਂਦੇ ਨੇ ਤਾਂ ਉਹ ਸਾਨੂੰ ਡਾਊਨਵਰਡ ਟ੍ਰੈਂਡ ਨੂੰ ਸ਼ੋ ਕਰਦਾ ਹੈ। ਠੀਕ ਹੈ ਬੇਟਾ। ਸੋ ਬੇਸਿਕਲੀ ਇਹਦੇ ਤੁਸੀਂ ਫੋਰਕਾਸਟਿੰਗ ਕਰਨੇ ਨੇ, ਤੁਸੀਂ ਆਪਣੀ ਪੁਰਾਣੀ ਬੁੱਕ ਦੇ ਵਿੱਚੋਂ ਵੀ ਫੋਰਕਾਸਟਿੰਗ ਦੇ ਮੈਥਡਸ ਕਰ ਸਕਦੇ ਹੋ। ਜਿਸ ਮਿੰਟ ਲੱਗਦਾ ਹੈ ਤੁਸੀਂ ਫੋਰਕਾਸਟਿੰਗ ਦੇ ਮੈਥਡਸ ਨੂੰ ਐਕਸਪਲੇਨ ਕਰਕੇ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਫੋਰਕਾਸਟਿੰਗ ਦੇ ਮੈਥਡ ਨੇ ਜਿਹੜੇ ਉਹ ਤੁਹਾਨੂੰ ਟੈਕਨੋਲੋਜੀ ਨੂੰ ਅਡੋਪਟ ਕਰਨ ਦੇ ਵਿੱਚ ਹੈਲਪ ਕਰਦੇ ਨੇ। So from my side your syllabus is complete, so go through the videos time and again, and if there is any problem most welcome to contact me. Now we'll start with the test series. Okay, so till then goodbye beta, have a nice time.